ਸੋ ਗੌੜੀ ਰਾਗ ਦੇ ਵਿੱਚ ਗੌੜੀ ਗਵਾਰੇਰੀ ਮਹੱਲਾ ਤੀਜਾ। ਗਵਾਰੇਰੀ ਜਾਤੀ ਹੈ, ਰਾਗੀ ਸਿੰਘ ਜਾਣਦੇ ਹਨ। ਜੋ ਰਾਗਾਂ ਦੀ ਪ੍ਰਕਿਰਿਆ ਹੈ ਉਹਦੇ ਮੁਤਾਬਕ ਮਹਾਰਾਜ ਗਵਾਰੇਰੀ ਜਾਤੀ ਦੇ ਰਾਹੀਂ ਗੌੜੀ ਰਾਗ ਦੇ ਵਿੱਚ ਆਪ ਕਿਰਪਾ ਕਰ ਰਹੇ ਹਨ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਗੁਰ ਸੇਵਾ ਜੁਗ ਚਾਰੇ ਹੋਈ। ਭਾਈ ਅਕਾਲ ਪੁਰਖ ਦੀ ਸੇਵਾ ਚੌਹਾਂ ਹੀ ਯੁੱਗਾਂ ਤੋਂ ਹੁੰਦੀ ਆਈ ਹੈ। ਇਹ ਨਹੀਂ ਕਿ ਅੱਜ ਅਸੀਂ ਸੇਵਾ ਕਰਨ ਲੱਗੇ ਹਾਂ, ਨਹੀਂ, ਆਦਿ ਕਾਲ ਤੋਂ ਹੀ ਸੇਵਾ ਸਿਮਰਨ ਭਾਉ ਭਗਤੀ ਹੁੰਦੀ ਆਈ ਹੈ। ਅਥਵਾ ਜਿਨ੍ਹਾਂ ਨੇ ਵੀ ਗੁਰੂ ਦੀ ਪ੍ਰਾਪਤੀ ਕੀਤੀ ਹੈ, ਅਕਾਲ ਪੁਰਖ ਨਾਲ ਭੇਟਤਾ ਪਾਈ ਹੈ, ਉਹ ਚੌਂ ਯੁੱਗਾਂ ਤੋਂ ਹੀ ਸੇਵਾ ਰਾਹੀਂ ਪਾਈ। ਹੱਠ ਰਾਹੀਂ ਨਹੀਂ, ਕਈ ਯੋਗ ਸਾਧਨਾ ਜਾਂ ਵੱਡੇ ਵੱਡੇ ਜਿਹੜੇ ਜੱਗ ਸਨ, ਸਮੇਧ ਜੱਗ ਵਰਗੀਆਂ ਕਠਿਨ ਘਾਲਣਾਵਾਂ, ਹਜ਼ੂਰ ਫਰਮਾਉਂਦੇ ਨੇ ਕਿ ਭਾਵੇਂ ਸਾਧਨ ਸੀ, ਪਰ ਚੌਹਾਂ ਯੁੱਗਾਂ ਦਾ ਜਦੋਂ ਅਸੀਂ ਅਧਿਐਨ ਕਰਾਂਗੇ, ਵਿਚਾਰ ਕਰਾਂਗੇ, ਜੇ ਕਿਸੇ ਭਗਤ ਨੂੰ ਪ੍ਰਾਪਤੀ ਹੋਈ ਹੈ ਤਾਂ ਉਹ ਸੇਵਾ ਵਿੱਚੋਂ ਹੋਈ ਹੈ। ਇਸ ਵਾਸਤੇ ਹਜ਼ੂਰ ਫਰਮਾਉਂਦੇ ਹਨ ਕਿ ਚੌਹਾਂ ਯੁੱਗਾਂ ਦਾ ਜੇ ਨਿਬੇੜਾ ਕਰੀਏ, ਚੌਹਾਂ ਯੁੱਗਾਂ ਦਾ ਜੇ ਸੰਖੇਪ ਵਰਣਨ ਕਰੀਏ, ਤਾਂ ਹਜ਼ੂਰ ਫਰਮਾਉਂਦੇ ਹਨ ਕਿ ਗੁਰੂ ਦੀ ਸੇਵਾ ਤੇ ਸਿਮਰਨ ਤੋਂ ਬਿਨਾਂ ਉਸ ਦੀ ਪ੍ਰਾਪਤੀ ਨਹੀਂ। ਕਿਉਂਕਿ ਚੌਹਾਂ ਹੀ ਯੁੱਗਾਂ ਤੋਂ, ਸਤਯੁਗ ਤੋਂ ਲੈ ਕੇ ਕਲਯੁਗ ਤੱਕ, ਇਹ ਗੁਰੂ ਦੀ ਸੇਵਾ, ਗੁਰੂ ਦਾ ਸਿਮਰਨ, ਗੁਰੂ ਦੀ ਭਾਵ ਭਗਤੀ ਕਰਨ ਵਾਲਿਆਂ ਨੂੰ ਹੀ ਪ੍ਰਾਪਤੀ ਹੋਈ ਹੈ। ਹਜ਼ੂਰ ਫਰਮਾਉਂਦੇ ਹਨ, ਪੂਰਾ ਜਨ ਕਾਰ ਕਮਾਵੇ ਕੋਈ। ਕਹਿੰਦੇ ਪਰ ਹੈਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ। ਪਰ ਪੂਰੇ ਗੁਰੂ ਦੀ ਸੇਵਾ ਕਰਨ ਵਾਲੇ ਕਹਿੰਦੇ ਥੋੜੇ ਆ, ਘਾਟਾ ਨਹੀਂ, ਪਰ ਥੋੜੇ ਨੇ। ਪਰ ਜਿਹੜੇ ਸੇਵਾ ਕਰਦੇ ਨੇ, ਪੂਰਾ ਜਨ ਕਾਰ ਕਮਾਵੇ ਕੋਈ। ਕਹਿੰਦੇ ਕੋਈ ਕਾਰ ਕਮਾਉਂਦਾ ਗੁਰੂ ਦੀ, ਉਹ ਫਿਰ ਪੂਰੇ ਵਿੱਚ ਭੇਟਤਾ ਪਾ ਕੇ ਪੂਰਾ ਹੋ ਜਾਂਦਾ, ਉਹਦਾ ਰੂਪ ਹੋ ਜਾਂਦਾ। ਪੂਰਾ ਪ੍ਰਭ ਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਇਹ ਵਿਰਲੇ ਨੇ। ਪੂਰਾ ਜਨ, ਉਹ ਕਹਿੰਦੇ ਜਨ ਪੂਰਾ ਹੋ ਜਾਂਦਾ ਹੈ ਜਿਹੜਾ ਕੋਈ ਗੁਰੂ ਦੀ ਕਾਰ ਕਮਾਉਂਦਾ ਹੈ, ਗੁਰੂ ਦੀ ਸੇਵਾ ਕਮਾਉਂਦਾ, ਸਿਮਰਨ ਕਰਦਾ ਹੈ। ਅਖੁੱਟ ਨਾਮ ਧਨ ਹਰ ਤੋਟ ਨਾ ਹੋਈ। ਉਹਨਾਂ ਨੂੰ ਫਿਰ ਨਾ ਮੁੱਕਣ ਵਾਲਾ ਧਨ ਪਰਮਾਤਮਾ ਬਖਸ਼ ਦਿੰਦਾ ਹੈ। ਬਖਸ਼ਿਆ ਤੇ ਭਾਈ ਸਭ ਨੂੰ ਹੈ, ਉਹਦੀ ਖੋਜ ਕੋਈ ਕੋਈ ਕਰਦਾ। ਸਮਾਂ ਨਹੀਂ ਕਿ ਸਾਖੀਆਂ ਸੁਣਾਈਆਂ ਜਾਣ। ਸਾਧ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਕਿ ਭਾਈ ਆਪਣੇ ਪਿਓ ਦਾਦੇ ਦਾ ਖਜ਼ਾਨਾ ਤਾਂ ਝਾਤੀ ਮਾਰ ਕੇ ਦੇਖ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਹਿ ਨਿਧਾਨਾ। ਕਹਿੰਦੇ ਜਦੋਂ ਇਹ ਖਜ਼ਾਨਾ ਖੋਲ ਕੇ ਵੇਖੇਗਾ ਤੇ ਫਿਰ ਜਦੋਂ ਇਸ ਖਜ਼ਾਨੇ ਵਿੱਚ ਝਾਤੀ ਮਾਰੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਾਇਆ ਨਿਧਾਨਾ। ਅਖੁੱਟ ਨਾਮ, ਇਹ ਨਾ ਮੁੱਕਣ ਵਾਲਾ ਧਨ ਜਿਹੜਾ ਹੈ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੀ ਪ੍ਰਾਪਤੀ ਕਰਵਾ ਦਿੰਦੇ ਆ। ਉਹ ਅਖੁੱਟ ਨਾਮ ਨੂੰ ਜਪਦੇ ਨੇ। ਕਿਉਂਕਿ ਝੂਠੇ ਨਾਮ ਜਪਣ ਵਾਲਿਆਂ ਨੂੰ ਸਾਧ ਸੰਗਤ ਜੀ ਨਾ ਮੁੱਕਣ ਵਾਲਾ ਖਜ਼ਾਨਾ ਨਹੀਂ ਮਿਲਦਾ। ਇਹ ਉਹਨਾਂ ਨੂੰ ਮਿਲਦਾ ਹੈ ਜਿਹੜੇ ਪੂਰੇ ਨਾਲ ਜੁੜ ਕੇ ਪੂਰੇ ਨਾਮ ਨੂੰ ਹੀ ਜਪਦੇ ਹਨ, ਤੇ ਫਿਰ ਉਹਨਾਂ ਨੂੰ ਕਦੇ ਤੋਟ ਨਹੀਂ ਆਉਂਦੀ। ਆ ਵੇਖ ਲਓ, ਕਾਰ ਸੇਵਾ ਵਾਲੇ ਮਹਾਂਪੁਰਖ ਹੈ, ਸੋਨੇ ਦੇ ਮੰਦਰ ਉਸਾਰ ਸਕਦੇ ਨੇ, ਕਦੇ ਤੋਟ ਆਈ ਆ? ਕਦੇ ਵੀ ਤੋਟ ਨਹੀਂ ਆਉਂਦੀ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੋਟ ਨਾ ਆਵੇ ਵੱਧ ਹੋ ਜਾਈ। ਇਹ ਤੇ ਭਾਈ ਤੋਟਾ ਨਹੀਂ ਆਉਂਦਾ ਇਹਦੇ 'ਚ, ਇਹ ਧਨ ਤਾਂ ਵਧਣ ਵਾਲਾ ਹੀ ਹੈ। ਤੇ ਫਿਰ ਕੀ ਹੋਰ ਕੀ ਪ੍ਰਾਪਤੀ ਹੋਵੇਗੀ? ਧਨ ਤਾਂ ਹੋਰ ਅਮੀਰਾਂ ਕੋਲੇ ਬਹੁਤ ਹੈ, ਹੋਰ ਸਾਧਨਾ ਕਰਨ ਵਾਲਿਆਂ ਕੋਲੇ ਬਹੁਤ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਆਪ ਜੀ ਇਹ ਬਖਸ਼ਿਸ਼ ਕਰੋ ਕਿ ਪਰਮਾਤਮਾ ਦਾ ਨਾਮ ਧਨ ਖੱਟਣ ਦੇ ਨਾਲ ਹੋਰ ਪ੍ਰਾਪਤੀ ਕੀ ਹੁੰਦੀ ਹੈ, ਉਹਦੇ ਵਿੱਚ ਵਿਸ਼ੇਸ਼ਤਾ ਕੀ ਹੈ? ਹਜ਼ੂਰ ਫਰਮਾਉਂਦੇ ਨੇ, ਇੱਥੇ ਸੁੱਖ ਦਰ ਸੋਭਾ ਹੋਈ। ਕਹਿੰਦੇ ਭਾਈ ਇੱਥੇ ਉਹਨੂੰ ਹਮੇਸ਼ਾ ਹੀ ਸੁੱਖ ਪ੍ਰਾਪਤ ਹੋਵੇਗਾ। ਸਰੀਰਕ ਦੁੱਖ ਨੂੰ ਉਹ ਦੁੱਖ ਨਹੀਂ ਮੰਨਦੇ, ਉਹ ਸਮਝ ਲੈਂਦੇ ਹਨ ਕਿ ਇਹ ਪਰਮਾਤਮਾ ਦੀ ਪਰਾਲਬਤ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਹੈ,
ਸੁਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਅਵਸਥਾ ਨੂੰ ਪਹੁੰਚ ਜਾਂਦੇ ਹਨ। ਇੱਥੇ ਉਹਨਾਂ ਨੂੰ ਕੋਈ ਦੁੱਖ ਪਾਉਂਦਾ ਹੀ ਨਹੀਂ। ਆਰੇ ਨਾਲ ਵੱਢੇ ਜਾਂਦੇ ਆ, ਚਰਖੀਆਂ ਤੇ ਚੜ ਜਾਂਦੇ ਆ, ਖੋਪੜੇ ਲਵਾ ਲੈਂਦੇ ਆ, ਦੇਗਿਆਂ ਚੁੱਬਲ ਜਾਂਦੇ, ਨਹੀਂ ਦੁੱਖ ਲੱਗਦਾ। ਉਹ ਫਿਰ ਵੀ ਗੁਰੂ ਕੀ ਬਾਣੀ ਗਾਉਂਦੇ ਆ, ਪਰਮਾਤਮਾ ਦਾ ਨਾਮ ਜਪਦੇ ਆ, ਪੰਥ ਦੇ ਸੋਹਲੇ ਗਾਉਂਦੇ ਆ, ਨਹੀਂ ਦੁੱਖ ਪਾਉਂਦਾ ਉਹਨਾਂ ਨੂੰ। ਤੇ ਦਰ ਸੋਭਾ ਹੋਈ ਤੇ ਲੋਕ ਪ੍ਰਲੋਕ ਦੀ, ਫਿਰ ਪ੍ਰਲੋਕ ਵਿੱਚ ਵੀ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲ ਜਾਂਦੀ ਹੈ। ਦਰਗਾਹ ਦੇ ਵਿੱਚ ਵੀ ਉਹਨਾਂ ਦੀ ਸੋਭਾ ਹੁੰਦੀ ਹੈ। ਇਹ ਮਨ ਮੇਰੇ ਭਰਮ ਨਾ ਕੀਜੈ। ਹਜੂਰ ਫਰਮਾਉਂਦੇ ਨੇ, ਹੇ ਮੇਰੇ ਮਨਾ, ਹੇ ਗੁਰਸਿੱਖਾ, ਤੂੰ ਭੁਲੇਖੇ 'ਚ ਨਾ ਪੈ ਜਾਈਂ, ਤੂੰ ਭਰਮ ਵਿੱਚ ਨਾ ਪੈ ਜਾਈਂ। ਕੀ ਭਰਮ ਕਰਦਾ ਤੂੰ ਕਿ ਤੈਨੂੰ ਭਰਮ ਪਿਆ ਹੈ ਕਿ ਜੇ ਮੈਂ ਇਸ ਸੰਸਾਰ ਵਿੱਚ ਨਾ ਆਉਂਦਾ ਮੇਰੇ ਪਰਿਵਾਰ ਦੀ ਪਰਵਰਿਸ਼ ਕੌਣ ਕਰਦਾ। ਬੜੇ ਵੱਡੇ ਭੁਲੇਖੇ ਨੇ, ਤੂੰ ਇਹਨਾਂ ਭੁਲੇਖਿਆਂ ਵਿੱਚ ਨਾ ਰਹੀਂ। ਇਹ ਮਨ ਮੇਰੇ ਭਰਮ ਨਾ ਕੀਜਾ, ਕਹਿੰਦੇ ਭਾਈ ਸ਼ੰਕਿਆਂ ਵਿੱਚ ਨਾ ਪਈ, ਭਰਮ ਵਿੱਚ ਨਾ ਪੈ ਜਾਈਂ। ਫਿਰ ਕੀ ਕਰੀਏ ਸਤਿਗੁਰੂ ਜੀ? ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ। ਕਹਿੰਦੇ ਭਾਈ ਉਹ ਗੁਰਮੁਖ ਪਿਆਰੇ ਨੇ ਜਿਹੜੇ ਗੁਰਮੁਖਾਂ ਦੀ ਸੇਵਾ ਕਰਦੇ ਨੇ ਤੇ ਨਾਲ ਮਿਲ ਕੇ ਉਹਨਾਂ ਦੇ ਨਾਲ ਅੰਮ੍ਰਿਤ ਰਸ, ਅੰਮ੍ਰਿਤ ਨਾਮ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਉਹ ਬਾਣੀ ਅੰਮ੍ਰਿਤ ਮਿੱਠੀ, ਬਾਣੀ ਮਿੱਠੀ ਅੰਮ੍ਰਿਤ ਧਾਰ। ਉਹ ਮਿੱਠੀ ਬਾਣੀ ਨੂੰ ਜਪਦੇ ਆ ਤੇ ਉਹਦਾ ਰਸ ਚੱਖਦੇ ਨੇ। ਫਿਰ ਉਹਨਾਂ ਨੂੰ ਐਸਾ ਰਸ ਪਰਮਾਤਮਾ ਦੀ ਬਾਣੀ ਦਾ ਆ ਜਾਂਦਾ ਹੈ ਤੇ ਉਹ ਹੋਰਨਾਂ ਨੂੰ ਵੀ ਫਿਰ ਉਪਦੇਸ਼ ਦਿੰਦੇ ਨੇ ਕਿ ਭਾਈ ਜਿਹੜੀ ਇਹ ਰਸਨਾ ਹੈ ਇਹ ਪਰਮਾਤਮਾ ਦੇ ਨਾਮ ਤੋਂ ਬਿਨਾਂ ਦੁਨੀਆ ਦੇ ਰਸ ਚੱਖ ਕੇ ਤ੍ਰਿਪਤ ਨਹੀਂ ਹੋ ਸਕਦੀ। ਤ੍ਰਿਪਤੀ ਹੁੰਦੀ ਤੇ ਕੇਵਲ ਪਰਮਾਤਮਾ ਦੇ ਨਾਮ ਨਾਲ ਹੁੰਦੀ ਹੈ। ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਕਹਿੰਦੇ ਭਾਈ ਜਦੋਂ ਅੰਮ੍ਰਿਤ ਨਾਮ ਨੂੰ ਚੱਕਿਆ ਫਿਰ ਤੇਰੀ ਤ੍ਰਿਪਤੀ ਹੋ ਜਾਵੇਗੀ। ਸੋ ਰਹਾਓ ਵਿਸਰਾਮ ਦੇ ਕੇ ਕਿਰਪਾ ਕਰ ਰਹੇ ਹਨ। ਸਤਿਗੁਰ ਸੇਵਾ ਹੈ ਸੇ ਮਹਾਪੁਰਖ ਸੰਸਾਰੇ। ਜੋ ਭਾਈ ਸਤਿਗੁਰੂ ਦੀ ਸੇਵਾ ਕਰਦੇ ਆ ਅਸਲ ਵਿੱਚ ਉਹ ਮਹਾਪੁਰਖ ਨੇ। ਅੱਜ ਕੱਲ੍ਹ ਤੇ ਜਿਹਨੂੰ ਮਰਜ਼ੀ ਕਹਿ ਦਿਓ ਮਹਾਪੁਰਖ, ਇਹ ਤੋਂ ਵੀ ਵੱਡੇ ਵੱਡੇ ਅਸੀਂ ਆਪਣੇ ਆਪ ਨਾਲ ਤਖੱਲਸ ਲਾ ਲੈਂਦੇ ਹਾਂ, ਪਰ ਇਹਨਾਂ ਤਖੱਲਸਾਂ ਵਿੱਚੋਂ ਕੁਝ ਪ੍ਰਾਪਤੀ ਹੋਣ ਵਾਲੀ ਨਹੀਂ। ਹਜੂਰ ਫਰਮਾਉਂਦੇ ਨੇ ਭਾਈ ਜਿਹੜੇ ਦਿਨ ਰਾਤ ਪਰਮਾਤਮਾ ਦੀ ਸੇਵਾ ਵਿੱਚ ਲੱਗਦੇ ਨੇ ਉਹ ਅਸਲ ਵਿੱਚ ਮਹਾਪੁਰਖੋ ਨੇ। ਮੈਨੂੰ ਯਾਦ ਆਇਆ ਕਿ ਅੱਜ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਵਰਸ਼ੀ ਹੈ। ਉੱਥੇ ਪੰਥ ਰਤਨ ਸ਼੍ਰੀਮਾਨ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਵੀ ਅੱਜ ਵਰਸ਼ੀ ਹੈ। ਸਾਧ ਸੰਗਤ ਜੀ, ਜਿਨ੍ਹਾਂ ਨੇ 39 ਸਾਲ 4 ਮਹੀਨੇ ਦਮਦਮੀ ਟਕਸਾਲ ਦੇ ਜਥੇਦਾਰ ਵਜੋਂ, ਮੁਖੀ ਵਜੋਂ ਸੇਵਾ ਨਿਭਾਈ, 27 ਕਥਾ ਕੀਤੀਆਂ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀਆਂ 27 ਕਥਾ ਕੋਈ ਵੱਡੇ ਸਾਧਨ ਨਹੀਂ ਸੀ। ਸਾਧ ਸੰਗਤ ਜੀ, ਸੰਗਤ ਦੇ ਸਾਧਨ ਗੱਡਿਆਂ ਤੇ ਚੜ ਚੜ ਕੇ ਪਿੰਡਾਂ ਵਿੱਚ ਜਾਣਾ, ਕਈ ਵਾਰ ਸਾਧਨ ਘੱਟ ਹੋਣੇ, ਗੁਰੂ ਸਾਹਿਬ ਦੀਆਂ ਪੋਥੀਆਂ ਰੇਲਾਂ ਗੱਡਿਆਂ ਤੇ ਰੱਖ ਦੇਣਾ ਤੇ ਆਪ ਪੈਦਲ ਹੀ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ। ਹਿੰਦੁਸਤਾਨ ਭਰ ਦੇ ਵਿੱਚ, ਕਿਉਂਕਿ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਦੀ ਉਹਨਾਂ ਦੇ ਕੋਲ ਸੇਵਾ ਸੀ। ਸਾਧ ਸੰਗਤ ਜੀ, ਬਹੁਤ ਉਦੋਂ ਦੇ ਭਾਰਤ ਵਿੱਚ ਵਿਚਰ ਕੇ ਉਹਨਾਂ ਨੇ 27 ਕਥਾ ਕੀਤੀਆਂ। ਇੱਕ ਸਮਾਂ ਐਸਾ ਆਇਆ, ਸਤਿਗੁਰ ਸੇਵਾ ਸੇ ਮਹਾਪੁਰਖ ਸੰਸਾਰੇ। ਜਦੋਂ ਹਿੰਦੁਸਤਾਨ ਭਾਰਤ ਦੀ ਵੰਡ ਹੋਈ, ਆਜ਼ਾਦੀ ਮਿਲ ਗਈ, ਸਾਧ ਸੰਗਤ ਉਸ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਛਪਾਈ ਹੁੰਦੀ ਸੀ ਨਾ ਪ੍ਰੈਸ ਵਿੱਚ, ਉਹ ਪੱਥਰ ਛਾਪਾ ਸੀ। ਪੱਥਰ ਛਾਪੇ ਦੇ ਵਿੱਚ ਕੁਝ ਪ੍ਰਬੰਧਕਾਂ ਨੇ ਗੁਰੂ ਸਾਹਿਬ ਦੇ ਮੰਗਲ ਬਦਲ ਦਿੱਤੇ। ਭਾਵ ਮੰਗਲ ਆਪ ਸਮਝਦੇ ਆ ਕਿ ਜਿੱਥੇ ਜਿੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ, ਜਾਂ ਜਿੰਨੇ ਮੰਗਲ ਕੀਤੇ ਨੇ ਸਤਿਗੁਰੂ ਪਾਤਸ਼ਾਹ ਨੇ 4 ਪ੍ਰਕਾਰ ਦੇ ਮੰਗਲ ਕੀਤੇ ਨੇ, ਉਹ ਸਾਰੇ ਹੀ ਉੱਪਰ ਕਰ ਦਿੱਤੇ, ਰਾਗਾਂ ਦੀ ਬੰਤਰ ਤੋਂ ਵੀ ਉੱਪਰ ਕਰ ਦਿੱਤੇ ਸਾਰੇ ਥਾਵਾਂ ਤੇ ਹੀ। ਪਰ ਜੋ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ, ਜਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਵੱਲੋਂ
लिखे गए स्वरूप ने। हर की पौड़ी के उपर शोभत हुंदा गुरु का स्वरूप है। पटना साहब हजूर साहब विखे जो प्रकाश किए जाते स्वरूप ने, जिस स्वरूप नूं गुरता गद्दी दसम पातशाह जी ने अपने हथीं दिती, उन्हां स्वरूपां मुताबक मंगल नारायण दिते। फिर बड़ियां मीटिंगां होईयां। श्रीमान संत बाबा गुरबचन सिंह खालसा जी ने सारे महापुरखां नूं, श्रोमणी गुरुद्वारा प्रबंधक कमेटी नूं बेनती की कि असीं सतगुरु की बाणी के उपर कलम नहीं चुक सकते। जो सतगुरु जी ने अखर अखर लिखिया वो गुरबाणी है, वो सिद्धांत है। फिर अखीर नूं जदों श्रोमणी कमेटी के प्रधान संत चनन सिंह सन, अकाली दल के प्रधान संत फतेह सिंह सन, उदों ये फैसला होया कि पहला वांग ही जो कलगीधर पातशाह जी ने शहीद भाई मणी सिंह जी तो तख्त श्री दमदमा साहब विखे स्वरूप लिखवाए हैं, उस तरह ही स्वरूप छापे जाण। तो फिर इसकी जिम्मेवारी कौन लवे? ये लिए समा चाहिदा सी, क्योंकि अज वर्गा कंप्यूटर युग नहीं सी। कल्ले कल्ले ब्लाक दे उपरों बनतर बदलनी सी, ब्लाक नवे बनने सन। तो सारे महापुरखों ने, संप्रदावां ने, श्रोमणी कमेटी ने फिर ये जिम्मेवारी सौंप दी। संत बाबा गुरबचन सिंह जी खालसा पिंडरां वाले महापुरखों ने अपने ते जिम्मेवारी लई। साध संगत जी फिर महापुरखों ने कुछ सिंह भेजे, जिहदे विच उन्हां तों अगले मुखी श्रीमान संत बाबा करतार सिंह जी खालसा गड़वई सन। उन्हां नूं भेजिया अमृतसर साहब विखे। उन्हां दे नाल भाई करतार सिंह जी प्रेमी जी नूं भेजिया। उन्हां दे नाल संत बाबा जरनैल सिंह खालसा जी जो उदों छोटी उम्र विच ही सन, उन्हां नूं नाल भेजिया। होर कुछ सिंह भेजे, संत परमजीत सिंह जी मालपुर वाले, होर महापुरख नाल गए विद्यार्थी रूप विच। सो सारे मंगलों की सदाई की। फिर उस तरह सारे पंथ ने इकट्ठिया होकर गुरु साहब का शुकराना किया। भाव होर कोई मंग नहीं, मंग इको कि गुरु की सेवा, गुरु साहब दे जो असी शरधा रखते हैं, भावना रखते हैं, वो अखर अखर गुरु की बाणी है। जैसी मैं आवे खसम की बाणी, जिस तरह खसम मालक ने सानू ये बाणी दिती है, ये ते साध संगत कलम चक्कण का अधिकार किसी नूं नहीं है। इस वास्ते ऐसे महापुरख जिन्हां ने संसार विच विचर के बहुत सारे प्राणियां नूं नशियां तो मुक्त किया, अमृत छकाया, बड़ियां लहरां चलाइयां अमृत संचार दियां, ऐसे महापुरखां ने साध संगत जी 39 साल 4 महीने संसार दे विच विचर के कथा करदियां, प्रचार करदियां, अखीर अज दे दिहाड़े 29 जून 1969 वाले दिन चौंक मेहता विखे शरीर त्यागया सी। अज उन्हां महापुरखां दी बरसी है। थावां थावां ते जिथे टकसाल दे सिंह ने उन्हां दी बरसी मना रहे हैं। मैं नाल ही बेनती करां कि अज महाराजा रणजीत सिंह शेरे पंजाब दी भी बरसी है। अज जिहड़ा भी कोई थोड़ी बहुती सत्ता दा मालक आउंदा है, वो तुलना करता है कि मेरा राज भी महाराजा रणजीत सिंह वर्गा ही राज है। साध संग राज ते राज ही हुंदा है, पर राज करन वाले दी नीयत, शख्सियत किहो जी होनी चाहिदी है, वो ते महाराजा रणजीत सिंह आप है। राज प्रबंध एक वखरी चीज है, पर साध संगत राज प्रबंध दे विच जिहड़ी नीयत है, अपने एक मनुखता दी नीयत है, एक धर्म की बुनियाद है, ते सर्व धर्म का मन विच सत्कार है, वो महाराजा रणजीत सिंह तो सिखिया जा सकता। जदों मिसलां सी, मिसलां साध संगत जी उन्होंने डंडे के जोर नाल भी नवाइयां, 71 कीतियां, पर जदों बनतर बन गई खालसा राज दी, उदों वो मन विच पिछला वैर नहीं रखिया। उन्होंने भी इस सत्ता के भाईवाल बनाया, किसी नूं गवर्नर बना दिता, किसी नूं फौज का जरनैल बना दिता, फौजां दे मालक बना दिते, सब आपो अपने थावां ते प्रसन्न होए। सो फिर ऐसे राज की जदों शोभा होण लगी, पब्लिक प्रसन्न रहन लगी, तां फिर इस राज दे विच वाधा कीता। सतलुज तो लैके काबल तक साध संगत जी महाराजा रणजीत सिंह दे राज दीयां हद्दां वधियां, बड़ियां लड़ाइयां लड़ियां। महाराजे ने बड़ा योधा सी,
ਇਹ ਨਹੀਂ ਕਿ ਆਪ ਮਹਿਲਾਂ ਵਿੱਚ ਬੈਠ ਕੇ ਰਾਜ ਕਰਦਾ ਸੀ, ਨਹੀਂ, ਮੁਹਿੰਮਾਂ ਤੇ ਜਾ ਕੇ ਆਪ ਦੁਸ਼ਮਣਾਂ ਨਾਲ ਦੋ ਲੋਹਾ ਲੈਂਦਾ ਸੀ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਲੋਹਾ ਮੰਨਿਆ ਗਿਆ। ਪਰ ਜੇ ਇੱਕ ਪੱਖ ਨਹੀਂ, ਜਦੋਂ ਅਸੀਂ ਪੱਖ ਵਿਚਾਰਾਂਗੇ ਨਾ ਸਾਧ ਸੰਗਤ ਜੀ, ਉਹਦੀ ਨਿਮਰਤਾ, ਦੂਰ ਦ੍ਰਿਸ਼ਟੀ, ਉਹਦੇ ਲਈ ਧਰਮ ਦਾ ਜਜ਼ਬਾ ਜਦੋਂ ਅਸੀਂ ਵਿਚਾਰ ਕੇ ਦੇਖਾਂਗੇ ਤਾਂ ਮਨ ਵਿੱਚ ਬੜੀ ਸਿੱਖਿਆ ਮਿਲਦੀ ਹੈ। ਰਾਜ ਸ਼ਕਤੀ ਦੇ ਹੁੰਦਿਆਂ ਭਾਵਨਾਵਾਂ ਬਦਲ ਜਾਂਦੀਆਂ, ਖਿਆਲ ਬਦਲ ਜਾਂਦੇ ਨੇ, ਮਨੁੱਖ ਉੱਚੀਆਂ ਉਡਾਰੀਆਂ ਮਾਰਨ ਲੱਗ ਪੈਂਦਾ ਹੈ। ਪਰ ਜਦੋਂ ਕਦੇ ਸਮਾਂ ਆਉਂਦਾ ਨਾ, ਦੇਖੋ ਅਕਾਲ ਤਖਤ ਸਾਹਿਬ ਜਿਸ ਦੇ ਕੁਝ ਨਿਯਮ ਨੇ, ਬਹੁਤ ਸਾਰੀ ਦੁਨੀਆ ਦੇ ਰਾਜ ਪ੍ਰਬੰਧ ਐਸੇ ਨੇ ਜਿਹੜੇ ਪ੍ਰਥਾ ਦੇ ਆਧਾਰ ਤੇ ਚੱਲਦੇ ਨੇ। ਸਾਧ ਸੰਗਤ ਜੀ, ਉਹ ਇੱਕ ਕੌਮੀ ਉਹਨਾਂ ਦੇ ਵਿੱਚ ਨਿਯਮ ਬਣ ਜਾਂਦੇ ਨੇ, ਉਹ ਪਰੰਪਰਾਗਤ ਚੱਲਦੇ ਨੇ, ਕਾਨੂੰਨ ਨਹੀਂ ਹੈ। ਤੁਸੀਂ ਬ੍ਰਿਟਨ ਦਾ ਰਾਜ ਲੈ ਲਓ, ਮਹਾਰਾਣੀ ਨੂੰ ਉਸ ਦੇਸ਼ ਦੇ ਬਰਤਾਨੀਆ ਦੇ ਜਿੰਨੇ ਸ਼ਾਸਕ ਨੇ ਉਹ ਮਹਾਰਾਣੀ ਮੰਨਦੇ ਨੇ, ਭਾਵੇਂ ਉਹਨਾਂ ਦਾ ਕਾਨੂੰਨੀ ਤੌਰ ਤੇ ਬਹੁਤ ਵੱਡਾ ਰੁਤਬਾ ਨਹੀਂ, ਪਰ ਪਰੰਪਰਾਗਤ ਉਹਨਾਂ ਦਾ ਇੱਕ ਰੁਤਬਾ ਹੈ। ਇਸੇ ਤਰ੍ਹਾਂ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਰੁਤਬਾ ਦਿੱਤਾ। ਜੇ ਇਹਨੂੰ ਅਸੀਂ ਕਾਨੂੰਨ ਦੇ ਨਾਲ ਵਿਚਾਰਾਂਗੇ, ਜੇ ਅਸੀਂ ਇਸ ਨੂੰ ਕਾਨੂੰਨ ਪ੍ਰਣਾਲੀ ਤੋਂ ਸੇਧ ਲੈ ਕੇ, ਕਾਨੂੰਨ ਦੀਆਂ ਧਾਰਾਵਾਂ ਲੈ ਕੇ ਵੱਡੇ ਵੱਡੇ ਵਕੀਲ ਕਰਕੇ ਖੜੇ ਹੋਵਾਂਗੇ, ਤੇ ਫਿਰ ਸਾਧ ਸੰਗਤ ਦੀ ਅਕਾਲ ਤਖਤ ਦੇ ਜਥੇਦਾਰ ਕੋਲ ਕੋਈ ਸ਼ਕਤੀ ਨਹੀਂ ਹੈ। ਪਰ ਜੇ ਅਸੀਂ ਪਰੰਪਰਾਗਤ ਤੌਰ ਤੇ ਅਸੀਂ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਕਿ ਇਹ ਅਕਾਲ ਦਾ ਤਖਤ ਹੈ, ਇਹਦੇ ਜਥੇਦਾਰ ਨੇ ਨਿਰਪੱਖਤਾ ਦੇ ਨਾਲ ਅਕਾਲ ਪੁਰਖ ਵੱਲੋਂ ਸਾਜੀ ਹੋਈ ਸ੍ਰਿਸ਼ਟੀ ਦਾ ਧਿਆਨ ਰੱਖਣਾ ਹੈ, ਤੇ ਇਹਦੇ ਵਿੱਚ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਰਮ ਦੀ ਬੁਨਿਆਦ ਰੱਖ ਕੇ ਸ਼ਕਤੀਆਂ ਬਖਸ਼ੀਆਂ ਭਾਈ ਗੁਰਦਾਸ ਜੀ ਨੂੰ ਪਹਿਲੇ ਜਥੇਦਾਰ ਸਨ, ਜੋ ਉਹ ਇੱਕ ਪਰੰਪਰਾਗਤ ਤੌਰ ਤੇ ਚੱਲੀ ਆ ਰਹੀ ਸ਼ਕਤੀ ਹੈ, ਜੋ ਮੀਰੀ ਪੀਰੀ ਦਾ ਮਾਲਕ ਆਪ ਉਹਦੇ ਵਿੱਚ ਵਰਤਦਾ ਹੈ। ਠੀਕ ਹੈ, ਕਾਨੂੰਨੀ ਤੌਰ ਤੇ ਸ਼ਕਤੀ ਨਹੀਂ, ਪਰ ਰੂਹਾਨੀਅਤ ਤੌਰ ਤੇ ਜੋ ਸ਼ਕਤੀ ਹੈ ਉਸ ਨੂੰ ਕੋਈ ਕੱਟ ਨਹੀਂ ਸਕਦਾ, ਉਹ ਇੱਕ ਬਹੁਤ ਵੱਡੀ ਸ਼ਕਤੀ ਹੈ। ਰੋ ਵਿਚਾਰ, ਇੱਕ ਸਮਾਂ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖੀ ਪਰੰਪਰਾ ਦੇ ਉਲਟ ਆਪਣੇ ਜੀਵਨ ਦੇ ਵਿੱਚ ਕਤਾਈ ਕੀਤੀ, ਤਾਂ ਜਥੇਦਾਰ ਸਾਹਿਬ ਨੂੰ ਪਤਾ ਲੱਗਾ। ਜਥੇਦਾਰ ਸਾਹਿਬ ਨੇ ਉਸ ਵੇਲੇ ਸੁਨੇਹਾ ਭੇਜਿਆ ਕਿ ਤੂੰ ਪੰਥ ਦਾ ਬਾਦਸ਼ਾਹ, ਤੈਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਦੋ ਕੰਮ ਕੀਤੇ, ਇੱਕ ਤਾਂ ਆਪਣੀ ਉਮਰ ਲਕਾਉਣ ਵਾਸਤੇ ਦਾੜਾ ਕਾਲਾ ਕਰ ਲਿਆ, ਇੱਕ ਲਾਹੌਰ ਦੀ ਬਹੁਤ ਮਸ਼ਹੂਰ ਵੇਸਵਾ ਨੂੰ, ਨੱਚਣ ਵਾਲੀ ਨੂੰ ਆਪਣੇ ਹਾਥੀ ਤੇ ਮੋਰਾਂ ਨੂੰ ਬਿਠਾ ਲਿਆ। ਜਦੋਂ ਇਹ ਖਬਰਾਂ ਪਹੁੰਚੀਆਂ, ਸਿੱਖਾਂ ਦੇ ਹਿਰਦਿਆਂ ਨੂੰ ਸੱਟ ਲੱਗਣੀ ਸੁਭਾਵਿਕ ਸੀ। ਖਬਰਾਂ ਪਹੁੰਚ ਗਈਆਂ ਸਿੰਘ ਸਾਹਿਬ ਕੋਲੇ, ਸਿੰਘ ਸਾਹਿਬ ਨੇ ਵਾਪਸ ਸੁਨੇਹਾ ਭੇਜਿਆ ਕਿ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਵੇ ਮਹਾਰਾਜਾ। ਸਾਧ ਸੰਗਤ ਅਸੀਂ ਬਹਾਨੇ ਬਣਾ ਲੈਂਦੇ ਆ, ਇਹ ਸਾਡੀ ਪ੍ਰਾਈਵੇਟ ਲਾਈਫ ਹੈ, ਸਾਡਾ ਨਿੱਜੀ ਜੀਵਨ ਹੈ। ਸਾਧ ਸੰਗਤ ਜੀ, ਨਿੱਜੀ ਜੀਵਨ ਉਦੋਂ ਤੱਕ ਹੈ, ਨਿੱਜੀ ਜੀਵਨ ਦੇ ਵਿੱਚ ਵੀ ਬੜੀਆਂ ਬੰਦਸ਼ਾਂ ਨੇ, ਸਾਨੂੰ ਬਹੁਤ ਸਾਡੇ ਤੇ ਮਰਜ਼ਾਦਾ ਲਾਗੂ ਹੁੰਦੀ ਹੈ। ਪਰ ਜਦੋਂ ਅਸੀਂ ਕਿਸੇ ਸੰਪਰਦਾ ਦੇ, ਜਦੋਂ ਅਸੀਂ ਕਿਸੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਣ ਜਾਂਦੇ ਆ, ਜਦੋਂ ਜਥੇਦਾਰ ਬਣ ਜਾਂਦੇ ਆ, ਜਦੋਂ ਕਿਸੇ ਦੇਸ਼ ਦੇ ਰਾਜੇ ਬਣਦੇ ਆ, ਉਦੋਂ ਤਾਂ ਇੱਕ ਮਾਡਲ ਹੈ, ਸਾਨੂੰ ਦੁਨੀਆ ਦੇਖਦੀ ਹੈ ਵੀ ਅਸੀਂ ਕਿਹੋ ਜਿਹੇ ਆ। ਫਿਰ ਸਾਡੀ ਪ੍ਰਾਈਵੇਟ ਲਾਈਫ ਕੀ ਰਹਿ ਗਈ? ਨਹੀਂ, ਕੋਈ ਬਹਾਨਾ ਨਹੀਂ ਬਣਾਇਆ। ਪਰ ਇੱਕ ਹੋਰ ਘਟਨਾ ਛੋਟੀ ਜੀ ਵਾਪਰੀ, ਜਦੋਂ ਇਹ ਸਰਕਾਰੇ ਦਰਬਾਰੇ ਇਹ ਗੱਲਾਂ ਦੋ ਪਹੁੰਚੀਆਂ। ਮਹਾਰਾਜ ਦੇ ਦੋ ਦਰਬਾਰ ਸਨ, ਇੱਕ ਦਰਬਾਰੇ ਖਾਲਸਾ ਸੀ ਤੇ ਇੱਕ ਸਰਕਾਰੇ ਖਾਲਸਾ ਸੀ। ਦੋਵਾਂ ਦੇ ਵਿੱਚ ਇਹ ਖਬਰ ਪਹੁੰਚ ਗਈ ਕਿ ਜਥੇਦਾਰ ਸਾਹਿਬ ਵੱਲੋਂ ਹੁਕਮ ਆਇਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਪਏਗਾ। ਕੀ ਗੱਲ ਹੋਈ? ਸਭ ਪਤਾ ਲੱਗ ਗਿਆ ਵੀ ਆਹ ਕੁਤਾਹੀ ਹੋਈ ਹੈ। ਜਦੋਂ ਮਹਾਰਾਜ ਸਾਹਿਬ ਦਰਬਾਰੇ ਖਾਲਸਾ ਚੋਂ ਨਿਕਲ ਕੇ ਸਰਕਾਰੇ ਜਾਂਦਾ ਸੀ ਦਰਬਾਰ ਵਿੱਚ, ਤਾਂ ਚੋਬਦਾਰ ਵਰਸ਼ੇ ਵਾਲੇ ਖਾਲਸੇ ਦੋ ਨੂੰ ਗੱਜ ਕੇ ਫਤਿਹ ਬੁਲਾਉਂਦੇ ਤੇ ਉਹਦਾ ਸਤਿਕਾਰ ਕਰਦੇ। ਵਰਸ਼ਾ ਉੱਚਾ ਚੁੱਕ ਕੇ
ਜਿਵੇਂ ਸਲਾਮੀ ਦੇਈ ਦੀ ਇਸ ਢੰਗ ਦੇ ਨਾਲ ਉਹਨੂੰ ਪੇਸ਼ ਆਉਂਦੇ ਸੀ, ਉਹਦਾ ਮਾਣ ਸਤਿਕਾਰ ਕਰਦੇ ਸੀ। ਅੱਜ ਜਦੋਂ ਮਹਾਰਾਜਾ ਰਣਜੀਤ ਸਿੰਘ ਦਰਬਾਰੇ ਖਾਲਸਾ ਵਿੱਚ ਆਇਆ, ਚੌਬਦਾਰਾਂ ਨੇ ਬੁਲਾਇਆ ਨਹੀਂ, ਨੀਵੀਂ ਪਾ ਕੇ ਖੜੇ ਰਹੇ। ਮਹਾਰਾਜਾ ਇੰਨਾ ਸਿਆਣਾ ਸੀ, ਉਹ ਸਮਝ ਗਿਆ ਕਿ ਰਣਜੀਤ ਸਿੰਘਾ ਬਿਨਾਂ ਵਕਤ ਜਾਇਆ ਕੀਤਿਆਂ ਤੈਨੂੰ ਤੁਰੰਤ ਅਕਾਲ ਤਖਤ ਤੇ ਚਲੇ ਜਾਣਾ ਚਾਹੀਦਾ। ਆ ਜਿਹੜੀ ਚੌਬਦਾਰਾਂ ਦੀ ਅੱਜ ਦੀ ਸਾਨੂੰ ਇੱਕ ਛੋਟੀ ਜੀ ਝਲਕੀ ਮੈਨੂੰ ਮਿਲੀ ਹੈ, ਇਹ ਤਾਂ ਵੱਡੀਆਂ ਫੌਜਾਂ ਵਿੱਚ ਵੀ ਹੋਏਗੀ, ਇਹ ਤੇ ਸਮੁੱਚੇ ਰਾਜ ਵਿੱਚ ਫੈਲ ਜਾਏਗੀ। ਉਸੇ ਵੇਲੇ ਕਿਹਾ ਕਿ ਮੈਂ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ, ਰੱਥ ਤਿਆਰ ਕੀਤੇ, ਘੋੜੇ ਤਿਆਰ ਕੀਤੇ। ਕਹਿੰਦਾ ਨਹੀਂ, ਅੱਜ ਰਣਜੀਤ ਸਿੰਘ ਪੈਦਲ ਜਾਏਗਾ, ਰਾਜਾ ਬਣ ਕੇ ਨਹੀਂ ਜਾਏਗਾ। ਸਾਧ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਪੈਦਲ ਆਇਆ। ਗਿਆਨੀ ਸੰਤ ਸਿੰਘ ਨੇ ਵੀ ਆਪਣੀਆਂ ਕੁਝ ਸਤਰਾਂ ਲਿਖੀਆਂ, ਪਰ ਜਦੋਂ ਅੰਮ੍ਰਿਤਸਰ ਦੀ ਹਦੂਦ ਵਿੱਚ ਪਹੁੰਚਿਆ, ਲਾਹੌਰ ਤੇ ਅੰਮ੍ਰਿਤਸਰ ਦਾ ਵੱਖਰੇ ਵੱਖਰੇ ਜ਼ਿਲ੍ਹੇ ਦੀ ਹੱਦ ਵਿੱਚ ਪਹੁੰਚ ਤੋਂ ਮਹਾਰਾਜ ਨੇ ਜੋੜਾ ਉਤਾਰ ਦਿੱਤਾ, ਨੰਗੇ ਚਰਨੀ ਆਇਆ। ਸਾਧ ਸਿੰਘ ਜੀ, ਜਦੋਂ ਹਾਜ਼ਰ ਹੋਇਆ, ਹਾਜ਼ਰ ਹੋਣ ਤੋਂ ਪੁੱਛਿਆ ਗਿਆ ਕਿ ਮਹਾਰਾਜ ਸਾਹਿਬ ਤੇਰੀਆਂ ਆਹ ਗਲਤੀਆਂ ਨੇ, ਰਣਜੀਤ ਸਿੰਘ ਤੋਂ ਸਿੱਖਾਂ ਦਾ ਰਾਜਾ ਹੋ ਕੇ ਦੁਨੀਆ ਨੂੰ ਕੀ ਦੱਸਣਾ ਚਾਹਣਾ ਹੈ ਕਿ ਸਾਡਾ ਕੋਈ ਕਰੈਕਟਰ ਨਹੀਂ, ਸਾਡਾ ਕੋਈ ਜੀਵਨ ਨਹੀਂ, ਸਾਡਾ ਕੋਈ اخلاق ਨਹੀਂ। ਆਪਣੇ ਵੱਡਿਆਂ ਵੱਲ ਝਾਤੀ ਮਾਰ, ਇੱਥੇ ਤਾਂ 57 ਹਜ਼ਾਰ ਨੌਜਵਾਨ ਸੁੰਦਰ ਤੋਂ ਸੁੰਦਰ ਬੀਬੀਆਂ ਨੂੰ ਘਰੋਂ ਘਰ ਹੀ ਵਾਪਸ ਛੱਡਣ ਵਾਲਾ ਖਾਲਸਾ ਹੈ, ਤੇ ਤੂੰ ਕਿਹੜੀ ਕਰਤੂਤ ਨੂੰ ਤੁਰ ਪਿਆ। ਮਹਾਰਾਜ ਜੀ ਨੇ ਹੁਜਤ ਨਹੀਂ ਕੀਤੀ, ਹੱਥ ਜੋੜੇ ਕਿ ਮੈਥੋਂ ਗਲਤੀ ਹੋਈ ਆ। ਸਿੰਘ ਸਾਹਿਬ ਨੇ ਕਿਹਾ ਇਹਨੂੰ ਬੰਨੋ ਇਮਲੀ ਦੇ ਦਰਖਤ ਨਾਲ। ਨਹੀਂ ਕਿਹਾ ਕਿ ਮੈਨੂੰ ਨਾ ਬੰਨੋ, ਕਿ ਜਦੋਂ ਮੈਂ ਗਲਤੀ ਹੋਈ ਮੰਨ ਲਈ, ਮੈਨੂੰ ਬੰਨਣਾ ਕਾਹਦੇ ਲਈ ਆ, ਇਹ ਨਹੀਂ ਕਿਹਾ। ਕਹਿੰਦਾ ਨਹੀਂ ਖਾਲਸਾ ਜੀ, ਇਹ ਰਣਜੀਤ ਸਿੰਘ ਵਿੱਚ ਖੋਟ ਪੈ ਗਈ, ਖੋਟ, ਮੈਨੂੰ ਬੰਨੋ ਤੇ ਸਵਾਰ ਕੇ ਖੋਟ ਕੱਢੋ, ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ। ਮਹਾਰਾਜਾ ਰਣਜੀਤ ਸਿੰਘ ਦੇ ਬਚਨ ਸੁਣ ਕੇ ਅਕਾਲੀ ਫੂਲਾ ਸਿੰਘ ਨੇ ਕਿਹਾ ਠਹਿਰ ਜੋ ਖਾਲਸਾ ਜੀ,
ਜਾ के अपने सिर के उपर अनाज ढो ढो के उहदे घरे पहुँचाया। तुसीं साखी जाणदे हो। इहो जिहा राज प्रबंध तां साध संगत जी अज जदों असीं दुनिया विच देखदे आ ना, इंग्लैंड की लाइब्रेरी दे विच जरनैलां दा एनालिसिस किया गया कि दुनिया दे विच सब तो वड्डा जरनैल, तगड़ा ते सियाणा जरनैल, नीतिवान जरनैल कौन होया। साध संगत जी अज भी जाके पढ़ो, उत्थे वो इशारा करते ने कि महाराजा रणजीत सिंह दा जरनैल सी हरी सिंह नलूआ, जिहड़ा बहुत बहादुर, बहुत नीतिवान ते देश की सलामती लई, देश दे अपनी राज प्रबंध ते सरकारां दे फैलाव लई जिसने बहुत वड्डे कारज कीते, वो हरी सिंह नलूआ सी। इहो जिहदे कोले जरनैल सी। साध संगत दे बावजूद जदों धर्मां दी गल आई तां उसने जिथे साध संगत जी जमरौद के किले की जित तो बाद श्री हरमंदर साहब विखे सोने की सेवा की। सिंह साहब नूं कहा सी, जिहड़ा उदों हैड ग्रंथी सी ज्ञानी संत सिंह जी, उन्होंने कहा कि सिंह साहब जी अड़क दा किला जिहड़ा है वाहिगुरू जमरौद दा किला है, जिहड़ा फतेह नहीं हुंदा। तां सिंह साहब साध संगत अज वर्गे साडे वर्गे नहीं सी कि जिन्हां नूं कोई ना कोई निजी काम पिया रहिंदा है, पर वो सिंह साहब कहन लगे महाराज साहब गुरु रामदास महाराज सच्चे पातशाह के घर विच कोई घाटा नहीं, इत्थे कीती हुई अरदास सतगुरु ने सुन लैनी है, पर तू दस कोई सेवा करेगा कि भुल जाएगा बाद विच। कहन लगा सिंह साहब जी जो हुक्म करोगे मैं सेवा करांगा। सिंह साहब जी ने अरदास की, ज्ञानी संत सिंह जी ने, ते नाल बेनती भी की कि जे हुक्म करो मैं भी मुहिम ते नाल चलां। कहंदे नहीं सिंह साहब तुहाडी इत्थे गुरु रामदास साहब के चरणों के विच जिहड़ी सेवा तुसीं निभाउणी है यही बहुत वड्डी मुहिम है, तुसीं सानूं साडी कंड ते हथ रखो, असीं जाके खुद लड़ांगे, जमरौद दा किला फतेह करांगे। साध संगत किला फतेह होया ते फिर वापस आया, क्या कि सिंह साहब जी हुक्म करो। गुरु रामदास महाराज ने किरपा की, तुसीं अरदास की, सतगुरु जी ने रहमत कर दित्ती ते उन्हां हुक्म कीता कि इत्थे सोने की सेवा करनी है। साध संगत फिर सोने की सेवा हुई। अज भी जदों असीं हरमंदर साहब जाने आ, मूल मंत्र जिथे लिखिया पत्तर ते नाल महाराजा रणजीत सिंह का नाम लिखिया कि सतगुरु गुरु रामदास महाराज ने अकाल पुरख ने दया करके अपने सेवक तो यह सेवा लई है। ते उत्थे साध संगत जी जे कुछ हिंदू भरा इकट्ठे होके आए, मठां दे पुजारी आए, क्या महाराज साहब सोमनाथ मंदिर दे चांदी दे दरवाजे ला के मुल लै गए सन ते ओ सानू वापस मंगवा के दिओ। हुण महिमां दी लोड़ सी, शक्ति दी लोड़ सी। महाराज ने उसे वेले फैसला ले लिया, भावें बहुत वड्डे जोखम विच पैना पिया, पर सोमनाथ दे मंदिर दे दरवाजे वापस लियाते। पुछया कित्थे लाइए, क्योंकि उदों तां सोमनाथ दा मंदिर ही ढा के ढेरी कर दिता सी, लाउणे कित्थे सी। फिर वो दर्शनी ड्योढ़ी नूं लाए गए, साध संगत दर्शनी ड्योढ़ी नूं। सो उहदे नाल नाल जिथे कहा कि मंदिरां दी सेवा करनी है खुले दिल दे नाल, जिथे कहा मस्जिदां दी सेवा करनी है, उत्थे मस्जिदां लई खुला दान, खुला पैसा दिता है कि अपने धर्म विच पक्के रहो। क्योंकि जिथे अकाल पुरख ने पैदा किया साध संगत जी, अज साडियां नीतियां बदल गईयां, ख्याल बदल गए कि असीं जे धक्के नाल धर्म दे विच फैला करांगे शायद रब खुश हो जाऊ, खुदा खुश हो जाएगा, पर नहीं। जिथे अकाल पुरख ने पैदा किया ना, जे असीं उत्थे उत्थे परपक्कता दे नाल रहीए, मुसलमान अपने धर्म विच पक्के रहन। महाराजा रणजीत सिंह का यह अकीदा सी, हिंदू अपने धर्म विच पक्के रहन, पर सिख अपने धर्म की परपक्कता नूं निभाउण, इहदे ते उहने बड़ा जोर दिता। ते नाल नाल साध संगत जी विद्या का प्रबंध शुरू किया सी महाराजा रणजीत सिंह ने कि मनुख नूं इन्नी क विद्या जरूर पढ़नी चाहिए है कि वह अपने धर्म का ध्यान रख सके, अपने धर्म का ज्ञान रख सके, धर्म नूं पढ़ सके, गुरबाणी पढ़ सके। इथों तक महाराजा रणजीत सिंह का ख्याल सी
कि नाल नाल निगरानी रखदा सी। जदों महाराजा रणजीत सिंह ने निगरानी करदियां साध संगत जी अपने घोड़े तो चलदियां चलदियां ननकाना साहब पहुंच गए। जदों ननकाना साहब पहुंचे रहरास का समा हो गया, शामां पै गईयां ते ग्रंथी सिंह हनेरे दे विच ही रहरास का पाठ कर रहा सी। महाराज ने चौंकड़ा मार के रहरास का पाठ सुनिया, अरदास सुनी ते एक सिख का भेस बनाया होया सी ते जदों अरदास हो गई, सुखासन हो गया, कहन लगा ग्रंथी सिंह जी कोई जोत नहीं जगाई, कोई अगरबत्ती नहीं की, कोई धूफ नहीं, इस तरह किवें सेवा निभाउंदे हो? ग्रंथी सिंह ने क्या गुरसिखा इत्थे जे कोई चढ़ावा चढ़दा है उहदे नाल ही मैं अगरबत्ती करदा, उहदे नाल ही जोत जगाउंदा हां, उहदे नाल ही सारा प्रबंध चलदा है। ते अज सुबह तो किसी ने एक धेला भी इत्थे नहीं चढ़ाया, इस करके मैं जोत नहीं जगा सकिया। जदों भी गुरु साहब किरपा करनगे ते मैं इहदे विच कताई नहीं करांगा। महाराज दीआं अखां विच जल आ गया कि रणजीत सिंघा तू शेरे पंजाब कहाउणा है ते धन गुरु नानक साहब सच्चे पातशाही दे अवतार स्थान ते जोत नहीं जगी। ते जिहड़ा बाहर घोड़ा खड़ा सी वो घोड़ा दिता उस ग्रंथी सिंह नूं, कहंदा ग्रंथी सिंह जी मैं महाराजा रणजीत सिंह आ मेरा घोड़ा है ते मैं उदों तक इत्थे सेवा करांगा, तू सारी रात जिथों तक घोड़ा फेर के आएगा ना वो सारी जमीन इस गुरुद्वारा साहब के स्थान के नां ते करावांगा। सारी रात घोड़ा फेरिया, महाराजा उत्थे चौंकड़ा मार के बैठा रहा ते वो बटाले नूं जदों ग्रंथी सिंह वापस आया, साध संगत जी 5000 एकड़ जमीन जिहड़ी है वो तय करके आया। 1984 च गया सी ननकाना साहब, गुरु साहब के गुरपुरब ते दर्शन किए, उदों तक मैं वेखे उत्थे पत्थर लिखे सन, जिहड़े मील पत्थर है ना 5 मील ते एक पत्थर लगा सी जिहदे ते लिखिया सी शेरे पंजाब महाराजा रणजीत सिंह बदौलत धन गुरु नानक साहब। उर्दू दे विच ये अखर लिखे सन। साध संगत जी जदों ये पढ़ाए तो कहंदे आ लिखिया होया है, ते फिर वो जमीन सारी महाराजे ने ननकाना साहब दे नां कराई। शायद अज भी उही जमीन, बहुत सारी जमीन अज भी ननकाना साहब दे नां होर गुरुद्वारियां दे नाम उदों बाद कराई कि गुरुद्वारा साहब दा ग्रंथी इहदे ते निर्भर ना रहे कि जे कोई चढ़ावा चढ़ू तो मैं तां ही सेवा करांगा। इहो जी सोच रख के देखो उत्थों लैके नंदेड़ साहब तक महाराजा रणजीत सिंह ने जिथे गुरुद्वारा साहब दीयां सेवावां कीतियां उत्थे खुल्लियां जगीरां लाइयां कि गुरुद्वारा साहब की सेवा संभाल चलती रहे। ये महाराजा रणजीत सिंह का सुभाव सी साध संगत, जिन्हें अपने राज प्रबंध विच वड्डियां मल्लां मारियां, जित्तां जित्तियां ते जिवें सिंह साहब ने आपां नूं दस्सिआ 40 साल के राज विच किसी एक भी व्यक्ति नूं फांसी की सज़ा नहीं दिती, क्योंकि ना न्याय प्रबंध ही ऐसा सी, सब नाल ही इंसाफ हुंदा सी। अज असीं उहदे नक्शे कदम ते चल के जे तुरांगे तो सतगुरु महाराज की बख्शिश होवेगी। अज महाराजा शेरे पंजाब की बरसी है, कोई बहुत समा नहीं होया साध संगत जदों सिखां दा अपना राज, अपने गवर्नर, अपने जरनल, अपनियां फौजां ते ये दुनिया के नक्शे के उपर एक ऐसा देश, ऐसा राज प्रबंध जिसकी चर्चा हुई दुनिया दे विच, जिस दीयां मिसालां दित्तियां गईयां। सो इस वास्ते उस न्याय प्रबंध नूं याद करके अज भी वड्डे वड्डे शासक जिहड़े हैं वो सिर झुका दिंदे ने कि जे दुनियावी विद्या देखिए तो बहुत ज्यादा नहीं, पर जे नीतिवादता देखिए नीति विदता इन्नी भरी हुई सी कि अज हर धर्म का बंदा, उस राज विच रहन वाला हर बशिंदा जय जयकार करदा सी। सो इस वास्ते अज असीं उस महाराजा दी बरसी मना रहे हैं जिन्हें सिखां दा नाम दुनिया दे विच उच्चा कीता।
ਜੀ ਨੇ ਦੁਨੀਆ ਦੇ ਵਿੱਚ ਰਾਜ ਪ੍ਰਬੰਧ ਕਰਨ ਵਾਲਿਆਂ ਨੂੰ ਇੱਕ ਸਿੱਖਿਆ ਦਿੱਤੀ ਕਿ ਰਾਜ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ। ਅੱਜ ਮਿਸਾਲਾਂ ਦਿੰਦੇ ਅਸੀਂ ਕੇਵਲ ਸਿੱਖ ਹੀ ਨਹੀਂ, ਦੁਨੀਆ ਦਾ ਹਰ ਸ਼ਾਸਕ ਮਿਸਾਲ ਦਿੰਦਾ ਹੈ ਕਿ ਰਾਜ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋਵੇ। ਸਾਧ ਸੰਗਤ, ਅੱਜ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈ। ਸੋ ਇਹਦੇ ਨਾਲ ਹੀ ਸਾਧ ਸੰਗਤ, ਸਮੁੱਚੀਆਂ ਸੰਗਤਾਂ ਨੂੰ ਇਹ ਗੁਣ ਹਿਰਦੇ ਵਿੱਚ ਧਾਰਨ ਕਰਨੇ ਚਾਹੀਦੇ ਆ, ਨਿਮਰਤਾ ਵਾਲੇ ਵੀ, ਪਰਪੱਕਤਾ ਵਾਲੇ ਵੀ। ਤੇ ਜਿੱਥੇ ਸਾਡੀ ਜੋ ਸਾਧ ਸੰਗਤ ਜੀ ਮੀਰੀ ਪੀਰੀ ਦਾ ਸੰਕਲਪ ਹੈ, ਉਹਨੂੰ ਵੀ ਦਰਸਾਇਆ ਕਿ ਰਾਜ ਸ਼ਕਤੀ ਨਾਲੋਂ ਧਰਮ ਸ਼ਕਤੀ ਜਿਹੜੀ ਹੈ ਉਹ ਕਿੰਨੀ ਉੱਚੀ ਤੇ ਸੁੱਚੀ ਆ। ਉੱਥੇ ਨਿਉ ਕੇ ਆਪਣੀਆਂ ਮਿਸਾਲਾਂ ਆਪ ਪੇਸ਼ ਕੀਤੀਆਂ। ਸਤਿਗੁਰੂ ਜੀ ਫਰਮਾਉਂਦੇ ਹਨ, ਸਤਿਗੁਰ ਸੇਵਾ ਸੇ ਮਹਾਂਪੁਰਖ ਸੰਸਾਰੇ। ਜਿਹੜੇ ਭਾਈ ਸਤਿਗੁਰੂ ਦਾ ਸਿਮਰਨ ਕਰਦੇ ਨੇ, ਸਤਿਗੁਰੂ ਦੀ ਸੇਵਾ ਨਿਰਭੈਤਾ ਸਹਿਤ ਕਰਦੇ ਨੇ, ਨਿਡਰਤਾ ਸਹਿਤ ਸ਼ਰਧਾ ਤੇ ਭਾਵਨਾ ਨਾਲ ਕਰਦੇ ਨੇ, ਉਹ ਅਸਲ ਵਿੱਚ ਮਹਾਂਪੁਰਖ ਹੈ ਸੰਸਾਰ ਵਿੱਚ। ਉਹਨਾਂ ਨੂੰ ਮਹਾਂਪੁਰਖ ਕਿਹਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਉਹ ਸੰਸਾਰ ਵਿੱਚ ਦੁਨੀਆ ਨਾਲੋਂ ਹੋਰ ਉਹਨਾਂ ਨੂੰ ਲਾਭ ਕੀ ਹੁੰਦਾ ਹੈ। ਹਜੂਰ ਫਰਮਾਉਂਦੇ ਨੇ, ਆਪ ਉਧਰੇ ਕੁੱਲ ਸਗਲ ਨਿਸਤਾਰੇ। ਕਹਿੰਦੇ ਆਪ ਉਹ ਸੰਸਾਰ ਵਿੱਚੋਂ ਉੱਭਰ ਜਾਂਦੇ ਨੇ, ਉਧਾਰ ਹੋ ਜਾਂਦਾ ਉਹਨਾਂ ਦਾ। ਤੇ ਜਿਹੜੇ ਸੰਸਾਰ ਦੇ ਵਿੱਚ ਉਹਨਾਂ ਦੇ ਨਾਲ ਮੇਲ ਮਿਲਾਪੀ ਬਣਦੇ ਨੇ, ਉਹਨਾਂ ਦਾ ਵੀ ਉਧਾਰ ਕਰ ਦਿੰਦੇ ਨੇ। ਤੇ ਸਤਿਗੁਰੂ ਆਪ ਤਾਂ ਭਾਈ ਜਿਹੜੀ ਧੁਰਕੀ ਬਾਣੀ ਜਗਤ ਜਲੰਦਾ ਰੱਖੜੇ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰ ਤੇ ਲਿਹੋ ਬਾਰ। ਸਤਿਗੁਰੂ ਜੀ ਆਪ ਤਾਂ ਐਸੀ ਕਿਰਪਾ ਕਰ ਦਿੰਦੇ ਨੇ। ਇਸ ਵਾਸਤੇ ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਉਹਨਾਂ ਨੂੰ ਸਾਰਿਆਂ ਦਾ ਨਿਸਤਾਰਾ ਕਰ ਦਿੰਦੇ ਨੇ। ਹਰ ਕਾ ਨਾਮ ਰੱਖਾ ਹੈ ਔਰ ਧਾਰੇ। ਪਰ ਕਹਿੰਦੇ ਭਾਈ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖੇ। ਹਮੇਸ਼ਾ ਵਾਹਿਗੁਰੂ ਦਾ ਸਿਮਰਨ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਦੇ ਇਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੇ। ਨਾਮ ਰਤੇ ਭੌਜਲ ਉਤਰ ਹੈ ਪਾਰੇ। ਜਿਹੜੇ ਭਾਈ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਨੇ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨੇ ਲਾਗਾ ਦਾਗਾ। ਉਹ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਉਹ ਨਾਮ ਵਿੱਚ ਰਤੇ ਨੇ ਤੇ ਭੌਜਲ ਸੰਸਾਰ ਤੋਂ ਪਾਰ ਉਤਰ ਜਾਂਦੇ ਨੇ। ਸਤਿਗੁਰ ਸੇਵਾ ਸਦਾ ਮਨ ਦਾਸਾ। ਦਾਸਾ ਭਾਵ ਧਾਰ ਕੇ ਹਮੇਸ਼ਾ ਹੀ ਸਤਿਗੁਰੂ ਦਾ ਸਿਮਰਨ ਕਰੇ, ਸਤਿਗੁਰੂ ਦੀ ਸੇਵਾ ਕਰੇ। ਸਾ ਸੇਵਾ ਕੀਤੀ ਸਫਲ ਹੈ, ਜੇਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਸੰਮਲ ਭੰਨੇ। ਇਸ ਕਰਕੇ ਭਾਈ ਸਤਿਗੁਰੂ ਦੀ ਸੇਵਾ ਕਰੇ, ਦਾਸਾ ਭਾਵ ਧਾਰ ਕੇ, ਹੰਕਾਰ ਨਾ ਕਰੇ ਕਿ ਮੈਂ ਵੱਡਾ ਸੇਵਾਦਾਰ ਹਾਂ, ਮੇਰੇ ਵਰਗਾ ਕੋਈ ਸੇਵਾਦਾਰ ਹੀ ਨਹੀਂ। ਹਉਮੈ ਮਾਰ ਕਮਲ ਪ੍ਰਗਾਸਾ। ਜੇ ਕਹਿੰਦੇ ਭਾਈ ਸੇਵਾ ਕਰਦਿਆਂ ਕਰਦਿਆਂ ਨਿਮਰਤਾ ਭਾਵ ਮਨ ਵਿੱਚ ਆ ਗਿਆ, ਹਉਮੈ ਖਤਮ ਹੋ ਗਈ, ਤਾਂ ਉਹਨਾਂ ਦਾ ਹਿਰਦਾ ਕਮਲ ਖਿੜ ਜਾਏਗਾ, ਪ੍ਰਕਾਸ਼ ਹੋ ਜਾਵੇਗਾ। ਹਿਰਦੇ ਵਿੱਚ ਦੁਬਦਾ ਈਰਖਾ ਵਖੀਲੀ ਆਦਿਕ ਨਹੀਂ ਰਹੇਗੀ। ਅਨਹਦ ਵਾਜੈ ਨਿਜ ਘਰ ਵਾਸੈ। ਅਨਹਦ ਵਾਜੈ ਨਿਜ ਘਰ ਵਾਸੈ। ਕਹਿੰਦੇ ਭਾਈ ਫੇਰ ਆਨੰਦ ਹੱਦ ਤੋਂ ਰਹਿਤ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੇ ਵਾਜੇ ਵੱਜਦੇ ਨੇ, ਸਿਮਰਨ ਦੇ ਝਲਕਾਰੇ ਪੈਂਦੇ ਨੇ। ਪ੍ਰਭੂ ਦੇ ਸਿਮਰਨ ਦੇ ਨਾਲ ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਵਾਸਤੇ ਹੀ ਪ੍ਰਭੂ ਦਾ ਵਾਸਾ ਬਣਿਆ ਰਹਿੰਦਾ ਹੈ। ਨਿਜ ਘਰ ਹਿਰਦੇ ਰੂਪ ਵਿੱਚ, ਆਪਣੇ ਹਿਰਦੇ ਘਰ ਵਿੱਚ ਪਰਮਾਤਮਾ ਦੇ ਵਾਸ ਨੂੰ ਟਿਕਾ ਲੈਂਦੇ ਹਨ। ਨਾਮ ਰਤੇ ਘਰ ਮਾਹੇ ਉਦਾਸਾ। ਜਿਹੜੇ ਭਾਈ ਪਰਮਾਤਮਾ ਦੇ ਨਾਮ ਵਿੱਚ ਰਤੇ ਨੇ, ਉਹ ਗ੍ਰਸਤ ਵਿੱਚ ਰਹਿੰਦਿਆਂ ਵੀ ਗ੍ਰਸਤ ਤੋਂ ਨਿਰਲੇਪ ਰਹਿੰਦੇ ਨੇ। ਉਹ ਸੰਸਾਰ ਵਿੱਚ ਰਹਿੰਦਿਆਂ ਵੀ ਸੰਸਾਰ ਤੋਂ ਨਿਰਲੇਪ ਰਹਿੰਦੇ ਨੇ। ਤੇ ਉਹ ਹਮੇਸ਼ਾ ਵੱਡੀਆਂ ਵੱਡੀਆਂ ਖੁਸ਼ੀਆਂ ਧਾਰਨ ਤੋਂ ਪ੍ਰਾਪਤ ਕਰਨ ਤੋਂ ਬਾਅਦ ਵੀ ਉਹ ਇੱਕ ਰਸ ਰਹਿੰਦੇ ਨੇ। ਸਤਿਗੁਰ ਸੇਵਾ ਤਿਨ ਕੀ ਸੱਚੀ ਬਾਣੀ। ਜਿਹੜਾ ਭਾਈ ਸਤਿਗੁਰ ਦਾ ਸਿਮਰਨ ਕਰਦਾ ਹੈ, ਉਹਨਾਂ ਦੀ ਬਾਣੀ, ਉਹਨਾਂ ਦੇ ਕਹੇ ਹੋਏ ਬਚਨ ਸੱਚੇ ਹੋ ਜਾਂਦੇ ਨੇ। ਜੇ ਉਹ ਬਚਨ ਕਰਦੇ ਨੇ, ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚੀ ਬਾਣੀ ਹੈ, ਪਰਮਾਤਮਾ ਦਾ ਨਾਮ ਦਾ ਸਿਮਰਨ ਹੈ। ਕਦੇ ਕਿਸੇ ਨੂੰ ਗਾਲ ਨਹੀਂ ਕੱਢਣੀ, ਕਿਸੇ ਨੂੰ ਝੂਠਾ ਨਹੀਂ ਬੋਲਣਾ, ਕਿਸੇ ਨੂੰ ਕੌੜਾ ਨਹੀਂ ਬੋਲਣਾ। ਉਹਨਾਂ ਦੇ ਮਨ ਵਿੱਚ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਦੀ ਜੋ ਮਹਿਮਾ ਹੈ ਉਹ ਵਸੀ ਹੋਈ ਹੈ। ਕਿਉਂਕਿ ਸਤਿਗੁਰੂ ਦੀ ਸੇਵਾ ਕਰਦੇ ਹੈ ਤੇ ਸੱਚੀ ਬਾਣੀ ਦੇ ਨਾਲ ਪਿਆਰ ਕਰਦੇ ਨੇ। ਇਸ ਕਰਕੇ ਸੱਚੀ ਬਾਣੀ ਉਹਨਾਂ ਦੇ ਹਿਰਦੇ ਵਿੱਚ ਵਸਣ ਕਰਕੇ
ਉਹਨਾਂ ਦੇ ਮੁਖ ਤੋਂ ਨਿਕਲੀ ਹੋਈ ਬਾਣੀ ਵੀ ਸੱਚੀ ਹੋ ਜਾਂਦੀ ਹੈ, ਉਹਨਾਂ ਦੇ ਮੁਖ ਚੋਂ ਨਿਕਲੇ ਹੋਏ ਬਚਨ ਵੀ ਸੱਚੇ ਹੋ ਜਾਂਦੇ ਨੇ। ਸੋ ਇਸ ਕਰਕੇ ਉਹ ਬਾਣੀ ਦੇ ਵਿੱਚ ਰੰਗੇ ਹੋਣ ਕਰਕੇ ਜੁਗ ਜੁਗ ਭਗਤੀ ਆਖ ਵਖਾਣੀ। ਕਿਉਂਕਿ ਇਹ ਭਾਈ ਸਤਿਗੁਰੂ ਨੇ ਗੁਰਬਾਣੀ ਦੁਆਰਾ ਸਾਨੂੰ ਵਿਆਖਿਆ ਕਰਕੇ ਸਮਝਾ ਦਿੱਤੀ। ਪਹਿਲਾਂ ਮਹਾਰਾਜ ਨੇ ਆਰੰਭਤਾ ਇੱਥੋਂ ਕੀਤੀ ਨਹੀਂ, ਗੁਰ ਸੇਵਾ ਜੁਗ ਚਾਰੇ ਹੋਈ, ਇੱਥੋਂ ਮਹਾਰਾਜ ਨੇ ਆਰੰਭਤਾ ਕੀਤੀ ਤੇ ਜੁਗ ਜੁਗ ਭਗਤੀ ਆਖ ਵਖਾਣੀ। ਕਹਿੰਦੇ ਭਾਈ ਤੁਹਾਨੂੰ ਆਖ ਕੇ ਇਹ ਵਿਆਖਿਆ ਕਰ ਦਿੱਤੀ ਹੈ, ਸਮਝਾ ਦਿੱਤਾ ਹੈ ਕਿ ਜੁਗਾ ਜੁਗੰਤਰਾਂ ਤੋਂ ਲੈ ਕੇ ਜਿਹੜੀ ਭਗਤੀ ਹੈ ਪ੍ਰਮਾਤਮਾ ਦੀ, ਉਹਦੇ ਤੋਂ ਬਿਨਾਂ ਆਧਾਰ ਨਹੀਂ, ਉਹਦੇ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ, ਉਹਦੇ ਤੋਂ ਆਇਆ ਹੋਇਆ ਮਨੁੱਖ ਦੀ ਸਫਲਤਾ ਨਹੀਂ ਮਿਲਦੀ। ਅਨੰਦਨ ਜਪੈ ਹਰ ਸਾਰੰਗ ਪਾਣੀ। ਕਹਿੰਦੇ ਭਾਈ ਉਹ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਸਿਮਰਨ ਕਰਦੇ ਹਨ। ਸੋ ਸਾਧ ਸੰਗਤ, ਪਰਮਾਤਮਾ ਦਾ ਨਾਮ ਸਿਮਰਨ ਕਿੱਡਾ ਵੱਡਾ ਹੈ। ਅੱਜ ਹਰ ਸਿੱਖ ਦੇ ਮਨ ਵਿੱਚ ਇੱਕ ਦੁਬਿਧਾ ਖੜੀ ਹੋ ਗਈ ਕਿ ਜੋ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਣੀ ਦਾ ਪ੍ਰਸਾਰਣ ਹੁੰਦਾ ਹੈ ਉਹ ਕਿਉਂ ਨਹੀਂ ਖੁੱਲੇ ਰੂਪ ਵਿੱਚ ਹੁੰਦਾ, ਉਹ ਸਾਰੀ ਦੁਨੀਆ ਵਿੱਚ ਕਿਉਂ ਨਹੀਂ ਜਾ ਸਕਦਾ, ਇੱਕ ਦੋ ਚੈਨਲਾਂ ਤੇ ਕਿਉਂ ਚੱਲਦਾ ਹੈ। ਇਹ ਚਰਚਾ ਹਰ ਸਿੱਖ ਦੇ ਮਨ ਵਿੱਚ ਸੀ ਤੇ ਇਹ ਚਰਚਾ ਸਿੰਘ ਸਾਹਿਬ ਕੋਲੇ, ਜਥੇਦਾਰ ਅਕਾਲ ਤਖਤ ਸਾਹਿਬ ਕੋਲ ਹੀ ਪਹੁੰਚੀ। ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸੇ ਕਰਕੇ ਹੀ ਕੁਝ ਸਮਾਂ ਪਹਿਲਾਂ, ਲਗਭਗ ਸਾਲ ਕੁ ਪਹਿਲਾਂ, ਇਹ ਹੁਕਮ ਕਰ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਾ ਪ੍ਰਬੰਧ ਕਰੇ, ਆਪਣਾ ਚੈਨਲ ਚਲਾਵੇ ਕਿ ਗੁਰੂ ਕੀ ਬਾਣੀ ਸਾਰੀ ਦੁਨੀਆ ਦੇ ਵਿੱਚ ਇਹਦਾ ਪ੍ਰਸਾਰ ਹੋਵੇ। ਅੱਜ ਕੱਲ ਕੋਈ ਔਖਾ ਨਹੀਂ ਸਾਧ ਸੰਗਤ, ਆ ਕੈਮਰੇ 4-5 ਲੱਗੇ ਨਾ ਜੀ, ਇੱਕ ਵੀ ਲੱਗਾ ਹੋਵੇ ਨਾ, ਤੇ ਜੇ ਆਪਾਂ ਇਹਦਾ ਲਿੰਕ ਪ੍ਰੋਵਾਈਡ ਕਰ ਦਈਏ ਵੀ ਭਾਵੇਂ ਕੋਈ ਅਮਰੀਕਾ 'ਚ ਟਰੱਕ ਚਲਾਉਂਦਾ ਹੈ, ਭਾਵੇਂ ਕੋਈ ਫੈਕਟਰੀ 'ਚ ਬੈਠਾ ਹੈ, ਜੋ ਲਿੰਕ ਆਪਣੇ ਮੋਬਾਈਲ ਤੇ ਲੋਡ ਕਰ ਲਵੇ ਤੇ ਉੱਥੇ ਬੈਠਾ ਹੀ ਬਾਣੀ ਸੁਣ ਸਕਦਾ ਹੈ, ਆਨੰਦ ਮਾਣ ਸਕਦਾ ਹੈ। ਸਿੰਘ ਸਾਹਿਬ ਦਾ ਇਹੀ ਫਰਮਾਨ ਸੀ ਕਿ ਆਪਣਾ ਪ੍ਰਬੰਧ ਕਰਕੇ ਦੁਨੀਆ ਦੇ ਵਿੱਚ ਪ੍ਰਸਾਰਨ ਵਾਸਤੇ ਬਾਣੀ ਦਾ ਪ੍ਰਬੰਧ ਕਰ ਲਓ। ਉਹਦੇ 'ਚ ਥੋੜੀ ਢਿੱਲ ਰਹਿ ਗਈ ਜਾਂ ਕਰਦਿਆਂ ਕਰਦਿਆਂ ਕਈ ਵਾਰੀ ਸਮਾਂ ਵੀ ਲੱਗ ਜਾਂਦਾ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਨੇ ਆਰਡੀਨੈਂਸ ਲਿਆਂਦਾ ਕਿ ਇਹਨੂੰ ਤੁਰੰਤ ਜਿਹੜੀ ਗੁਰਬਾਣੀ ਹੈ ਇਹ ਅਸੀਂ ਸੋਧ ਕਰਦੇ ਹਾਂ ਐਕਟ 1925 ਵਿੱਚ। ਸਾਧ ਸੰਗਤ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਕੁਝ ਗੱਲਾਂ ਪਰੰਪਰਾਗਤ ਹੁੰਦੀਆਂ ਨੇ, ਇਹ ਪਰੰਪਰਾ ਬਣੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਕੋਈ ਸਰਕਾਰ, ਸੈਂਟਰ ਜਾਂ ਸਟੇਟ ਦਖਲ ਨਹੀਂ ਦਿੰਦੀ, ਨਹੀਂ ਦੇਣਾ ਚਾਹੀਦਾ। ਅੱਜ ਹੋ ਸਕਦਾ ਹੈ ਸਰਦਾਰ ਭਗਵੰਤ ਸਿੰਘ ਦੇ ਮਨ ਵਿੱਚ ਇਹੀ ਗੱਲ ਹੋਵੇ ਕਿ ਗੁਰਬਾਣੀ ਦਾ ਪ੍ਰਸਾਰ ਹੋਣਾ ਚਾਹੀਦਾ ਹੈ, ਉਹਨੇ ਇਸ ਮਨਸਾ ਦੇ ਨਾਲ ਹੀ ਇਹ ਆਰਡੀਨੈਂਸ ਲਿਆਂਦਾ ਹੋਵੇ। ਪਰ ਕੱਲ ਨੂੰ ਕੋਈ ਸ਼ੈਤਾਨ ਬੰਦਾ ਇਸ ਰਾਜ ਸੱਤਾ ਤੇ ਬਹਿ ਜਾਵੇ ਤੇ ਉਹਦੇ ਲਈ ਰਾਹ ਖੁੱਲ ਜਾਏਗਾ ਕਿ ਇੱਕ ਵਾਰੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਹੁੰਦਾ ਸੀ, ਉਹਨੇ ਆਰਡੀਨੈਂਸ ਲਿਆਂਦਾ ਸੀ ਤੇ ਅਸੀਂ ਵੀ ਲੈ ਆਉਣੇ, ਉਹ ਗਲਤ ਤਰੀਕੇ ਦਾ ਲੈ ਆਵੇਗਾ। ਸੋ ਇਸ ਕਰਕੇ ਇਹ ਰਾਹ ਨਹੀਂ ਖੁੱਲਣਾ ਚਾਹੀਦਾ ਜੋ ਦੇਸ਼ ਦੀ ਆਜ਼ਾਦੀ ਤੋਂ, ਕਿਉਂਕਿ ਇਹ ਪ੍ਰਬੰਧ ਤਾਂ ਆਜ਼ਾਦੀ ਤੋਂ ਪਹਿਲਾਂ ਵੀ ਚੱਲਦਾ ਸੀ, ਜਥੇਦਾਰ ਅਕਾਲ ਤਖਤ ਸਾਹਿਬ ਵੀ ਪਹਿਲਾਂ ਸੀਗੇ, ਇਹ ਮਰਜ਼ਾਦਾ ਵੀ ਪਹਿਲਾਂ ਚੱਲਦੀ ਸੀ। ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਕੌਮਾਂ ਦੇ ਵਿੱਚ ਇਹ ਕੋਈ ਨਿਰਾਸ਼ਤਾ ਨਾ ਜਾਵੇ, ਇਹੋ ਜਿਹੇ ਪ੍ਰਬੰਧ ਹੋਏ ਤੇ ਪਰੰਪਰਾਗਤ ਇੱਕ ਸਮਝੌਤਾ ਹੋ ਗਿਆ ਪੰਡਿਤ ਜਵਾਹਰ ਲਾਲ ਨਹਿਰੂ ਦਾ ਤੇ ਮਹਾਤਮਾ ਗਾਂਧੀ ਦਾ, ਵਾਹਿਗੁਰੂ ਮਾਸਟਰ ਤਾਰਾ ਸਿੰਘ ਜੀ ਦਾ, ਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਨਵੀਂ ਸੋਧ ਕਰਨੀ ਹੋਵੇਗੀ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹਿਣ ਤੇ ਹੀ ਕੀਤੀ ਜਾਵੇਗੀ। ਇਹ ਚੱਲਿਆ ਆ ਰਿਹਾ ਸੀ, ਇਸ ਨੂੰ ਸਮਝਣ ਦੀ ਲੋੜ ਹੈ। ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦੀ ਗਲਤ ਭਾਵਨਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਇਹ ਚਾਹੁੰਦੇ ਆ, ਜਿਹੜੇ ਮੌਜੂਦਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਵੀ ਚਾਹੁੰਦਾ ਹੈ ਕਿ ਇਹ ਪ੍ਰਸਾਰਨ ਸਾਰੀ ਦੁਨੀਆ ਵਿੱਚ ਹੋਵੇ। ਪਰ ਹੁਣ ਜੇ ਕਹੀਏ ਜੇ ਅਸੀਂ ਮੋਰਚੇ ਲਾਵਾਂਗੇ, ਦੂਜੇ ਪਾਸੇ ਅੜੀ ਹੋ ਜਾਵੇ ਕਿ ਮੈਂ ਤਾਂ ਇਹ ਬਿੱਲ ਲਿਆਂਦਾ ਪਾਸ ਹੀ ਕਰਾਉਂਗਾ, ਇਹ ਜਿੱਦ ਛੱਡ ਦੇਣੀ ਚਾਹੀਦੀ। ਇਹ ਬਹਿ ਜਾਣਾ ਚਾਹੀਦਾ, 2-3 ਬੰਦੇ ਸਰਕਾਰ ਦੇ ਭਗਵੰਤ ਸਿੰਘ ਮਾਨ ਨੂੰ ਨਿਕਟ ਦੇ ਦੇਣ, ਧਾਮੀ ਸਾਹਿਬ ਐਡਵੋਕੇਟ ਵਕੀਲ ਹੈ, ਆਪ ਬੈਠ ਜਾਣ, ਇਹ ਬੈਠ ਕੇ ਜਿਹੜੀਆਂ ਪਰੰਪਰਾਗਤ ਸਾਡੀਆਂ ਰਵਾਇਤਾਂ ਹੈ ਉਹਦੇ ਮੁਤਾਬਕ ਸਾਧ ਸੰਗਤ ਜੀ ਨਿਰਣਾ ਲੈ ਲੈਣਾ ਚਾਹੀਦਾ। ਸਾਡੀ ਬਹੁਤ ਵੱਡੀ ਕੌਮ ਨਹੀਂ, ਪਰ ਜਿੱਥੇ ਦਾ ਨਿਰਣਾ ਲੈਣਾ ਹੈ ਨਾ ਉਹ ਬਹੁਤ ਵੱਡੀ ਜਗ੍ਹਾ, ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹਿਆ,
ਬੱਧੋ ਪੁਰਖ ਵਧਾਤੇ ਤਾਂ ਤੂੰ ਸੋਇਆ, ਉਹਦੇ ਵਾਸਤੇ ਨਿਰਣਾ ਲੈਣਾ ਹੈ, ਕੋਈ ਕੁਤਾਈ ਨਾ ਹੋ ਜਾਵੇ। ਇਸ ਵਾਸਤੇ ਸਾਨੂੰ ਮਿਲ ਬੈਠ ਕੇ ਇਹਦਾ ਕੋਈ ਸਾਰਥਕ ਰਾਹ ਪਰੰਪਰਾਗਤ ਤੌਰ ਤੇ ਕੱਢ ਲੈਣਾ ਚਾਹੀਦਾ। ਗੁਰੂ ਸਾਹਿਬ ਮਿਹਰ ਕਰੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਿਨ ਰਾਤ ਜਿਵੇਂ ਬਬੀਹਾ ਸਵੰਤੀ ਬੂਤ ਨੂੰ ਸਿਮਰਦਾ ਨਾ, ਇਵੇਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬਹਿ ਕ ਸੁਣਿਆ ਪੁਕਾਰ, ਕਦੇ ਤਾਂ ਸੁਣੇਗਾ ਹੀ ਨਾ। ਇਸ ਕਰਕੇ ਕਹਿੰਦੇ ਜਿਵੇਂ ਬਬੀਹਾ ਸਾਰੰਗ ਪਾਣੀ, ਸਾਰੰਗ ਕਹਿੰਦੇ ਬਬੀਹੇ ਨੂੰ, ਪਾਣੀ ਸਵੰਤੀ ਬੂਤ ਨੂੰ ਜਿਵੇਂ ਸਿਮਰਦਾ ਹੈ, ਇਵੇਂ ਗੁਰੂ ਕਾ ਸਿੱਖ ਸਿਮਰਨਾ ਕਰੇ। ਫਿਰ ਕੀ ਹੋਵੇਗਾ? ਨਾਨਕ ਨਾਮ ਰਤੇ ਕੇਵਲ ਨਿਰਬਾਣੀ। ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਗਏ ਤੇ ਉਹ ਕੀ ਹੋਵੇਗਾ ਭਾਈ? ਨਾਨਕ ਨਾਮ ਰਤੇ ਨਿਹ ਕੇਵਲ, ਉਹ ਦੋਸ਼ ਤੋਂ ਰਹਿਤ ਹੋ ਜਾਣਗੇ, ਉਹ ਸ਼ੁੱਧ ਸਰੂਪ ਹੋ ਜਾਣਗੇ। ਸਾਧ ਸੰਗਤ ਜੀ, ਨਿਰਬਾਣੀ ਉਹਨਾਂ ਦੇ ਵਿੱਚ ਜਿਹੜੀਆਂ ਬਾਣ ਪਈ ਹੁੰਦੀ ਨਾ, ਖੋਟੀ ਬਾਣ, ਭੈੜੀ ਬਾਣ, ਤੇ ਬਾਣ ਨਾਮ ਦੁੱਖ ਦਾ ਵੀ ਹੈ, ਉਹਦੇ ਤੋਂ ਰਹਿਤ ਹੋ ਜਾਣਗੇ। ਉਹਦੇ ਵਿੱਚ ਨਿਰਵਾਣ ਹੋ ਕੇ ਆਪਣੀ ਆਦਤ ਨੂੰ, ਆਪਣੀ ਬਾਣ ਨੂੰ ਛੱਡ ਕੇ ਉਹ ਬਾਣੀ ਦੇ ਆਸਰੇ ਹੋ ਜਾਣਗੇ। ਸਤਿਗੁਰੂ ਤੀਸਰੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਆਪਣੇ ਉਪਦੇਸ਼ ਨੂੰ ਸਾਡੇ ਹਿਰਦੇ ਵਿੱਚ ਵਸਾ ਦੇਣ, ਸਾਡਾ ਆਇਆ ਸੰਸਾਰ ਦੇ ਵਿੱਚ ਭਲਾ ਹੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਝੋਲੀਆਂ ਗੁਰਸਿੱਖੀ ਦੀ ਦਾਤ ਨਾਲ ਭਰ ਦੇਣ। ਸਾਧ ਸੰਗਤ ਜੀ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਘਰਾਂ ਵਿੱਚ ਵੀ ਬਾਣੀ ਪੜ੍ਹਿਆ ਕਰੋ। ਜਦੋਂ ਵੀ ਸਮਾਂ ਮਿਲੇ ਆਪਣੇ ਬੱਚੇ ਬੱਚੀਆਂ ਨੂੰ ਸਮਾਂ ਦਿਓ, ਪਰੰਪਰਾਗਤ ਤੌਰ ਤੇ ਉਹਨਾਂ ਨੂੰ ਸਾਖੀਆਂ ਸੁਣਾਓ, ਇਤਿਹਾਸ ਦੱਸੋ, ਤਾਂ ਕਿ ਸਾਡਾ ਇਹ ਬੇਸ ਹੈ, ਬੇਸ ਬਣਿਆ ਰਵੇ। ਸੋ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ। ਭੁੱਲਾਂ ਚੁੱਕਾਂ ਦੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਖਿਮਾ ਕਰ ਦੇਣ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ ਲੈਣ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰੇ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ ਦਾ, ਜਿਨ੍ਹਾਂ ਨੇ ਸਮੇਂ ਦੀ ਵੰਡ ਕਰਦਿਆਂ ਹੋਇਆਂ ਦਾਸ ਦਾ ਸਮਾਂ ਰੱਖਿਆ ਕਿ ਮੈਂ ਵੀ ਸੰਗਤ ਦੇ ਦਰਸ਼ਨ ਕਰ ਸਕਾਂ।